Good morning, students. I hope you all are doing well. And today I am going to continue our second chapter, accounting terminology. ਇਸ ਚੈਪਟਰ ਦੇ ਵਿੱਚ ਅੱਜ ਕੁਝ ਫਾਰਮੂਲੇਜ਼ ਆ ਜਿਹੜੇ ਉਹ ਡਿਸਕਸ ਹੋਣਗੇ, ਜਿਨ੍ਹਾਂ ਦੀ ਹੈਲਪ ਦੇ ਨਾਲ ਤੁਸੀਂ ਜਿਹੜੇ ਐਕਸਰਸਾਈਜ਼ ਦੇ ਵਿੱਚੋਂ ਨਿਊਮੈਰੀਕਲਸ ਉਹਨਾਂ ਨੂੰ ਸੋਲਵ ਕਰਨਾ ਹੋਏਗਾ। ਇਹਦੇ ਵਿੱਚ ਆਪਾਂ ਅਲੱਗ-ਅਲੱਗ ਚੀਜ਼ਾਂ ਨੂੰ ਕੈਲਕੂਲੇਟ ਕਰਨ ਦਾ ਵੇ ਦੇਖਣਾ ਹੈ, ਤਰੀਕਾ ਦੇਖਣਾ ਹੈ ਵੀ ਜੋ ਸਾਡੇ ਕੋਲ ਇਨਫੋਰਮੇਸ਼ਨ ਹੋਏਗੀ ਉਹਦੀ ਹੈਲਪ ਦੇ ਨਾਲ ਅਸੀਂ ਕਿਵੇਂ ਨੈਟ ਸੇਲ ਪਤਾ ਕਰ ਸਕਦੇ ਹਾਂ, ਨੈਟ ਪਰਚੇਜ਼ ਪਤਾ ਕਰ ਸਕਦੇ ਹਾਂ, ਕਾਸਟ ਆਫ ਗੁੱਡਸ ਸੋਲਡ ਕਿਵੇਂ ਪਤਾ ਕਰ ਸਕਦੇ ਹਾਂ। ਫਸਟ ਆਫ ਆਲ ਦੇਖੋ ਨੈਟ ਪਰਚੇਜ਼ ਨੂੰ ਪਤਾ ਕਰਨ ਦਾ ਤਰੀਕਾ। ਸਭ ਤੋਂ ਪਹਿਲਾਂ ਜਿੰਨੀ ਸਾਡੇ ਕੋਲ ਵੈਲਿਊ ਹੋਏਗੀ ਉਹ ਨੈਟ ਪਰਚੇਜ਼ ਦੀ ਵੈਲਿਊ ਦਿੱਤੀ ਹੋਊਗੀ, ਟੋਟਲ ਪਰਚੇਜ਼ ਦੀ ਵੈਲਿਊ ਦਿੱਤੀ ਹੋਏਗੀ ਵੀ ਸਾਡੇ ਕੋਲ ਕੁੱਲ ਖਰੀਦਦਾਰੀ ਕਿੰਨੀ ਆ। ਕੁੱਲ ਖਰੀਦਦਾਰੀ ਪਰਚੇਜ਼ ਜਾਣੀ ਕਿ ਗਰੋਸ, ਉਹਦੇ ਵਿੱਚੋਂ ਰਿਟਰਨ ਆਊਟਵਰਡ ਜੋ ਸਮਾਨ ਬਾਹਰ ਭੇਜਿਆ ਮਤਲਬ ਆਊਟਵਰਡ ਹੋ ਗਿਆ ਵੀ ਇੱਕ ਬਿਜ਼ਨਸਮੈਨ ਨੇ ਪਰਚੇਜ਼ ਕੀਤਾ, ਠੀਕ ਹੈ, ਉਹਦੇ ਵਿੱਚੋਂ ਉਹਨੇ ਟੋਟਲ ਪਰਚੇਜ਼ ਜ਼ਿਆਦਾ ਕੀਤੀ ਹੋਊਗੀ ਬਟ ਅੱਧਾ ਸਮਾਨ ਉਹਨੂੰ ਸਹੀ ਨਹੀਂ ਲੱਗਿਆ, ਉਹਨੇ ਵਾਪਸ ਕਰਤਾ, ਆਪਣੇ ਕੋਲੋਂ ਬਾਹਰ ਭੇਜਤਾ, ਆਊਟਵਰਡ ਕਰਤਾ, ਤਾਂ ਉਹ ਰਿਟਰਨ ਆ ਜਿਹੜੀ ਉਹ ਮਾਈਨਸ ਕਰਨੀ ਆਪਾਂ, ਤਾਂ ਸਾਡੇ ਕੋਲ ਅਸਲ ਜਿਹੜੀ ਨੈਟ ਪਰਚੇਜ਼ ਆ ਉਹ ਮਿਲੇਗੀ। ਅੱਗੇ ਹੈ ਨੈਟ ਸੇਲ। ਨੈਟ ਸੇਲ ਦਾ ਮਤਲਬ ਹੁੰਦਾ ਕਿ ਅਸਲ ਸੇਲ। ਹੁਣ ਇਸੇ ਦੇ ਵਿੱਚ ਕੀ ਹੋਊਗਾ ਕਿ ਜਿਹੜੀ ਸਾਡੀ ਟੋਟਲ ਸੇਲ ਹੋਏਗੀ, ਜਿੰਨਾ ਸਮਾਨ ਅਸੀਂ ਟੋਟਲ ਸਾਡੀ ਸੇਲ ਹੋ ਗਈ ਸੀ, ਇੱਕ ਵਾਰੀ ਸਮਾਨ ਸੇਲ ਹੋ ਗਿਆ ਸੀਗਾ, ਪਰ ਬਾਅਦ ਦੇ ਵਿੱਚੋਂ ਉਹ ਸਮਾਨ ਦੇ ਕੁਛ ਜਿਹੜਾ ਹਿੱਸਾ ਹੈ ਉਹ ਵਾਪਸ ਫਿਰ ਸਾਡੇ ਕੋਲ ਮੁੜ ਕੇ ਆ ਗਿਆ, ਰਿਟਰਨ ਇਨਵਰਡ ਹੋ ਗਿਆ ਵੀ ਸੇਲ ਕੀਤਾ ਹੋਇਆ ਸਮਾਨ ਫਿਰ ਸਾਡੇ ਕੋਲ ਵਾਪਸ ਮੁੜਿਆ ਆ, ਤਾਂ ਉਹ ਜਿਹੜਾ ਸਮਾਨ ਵਾਪਸ ਆ ਗਿਆ ਉਹਨੂੰ ਅਸੀਂ ਟੋਟਲ ਸੇਲ ਦੇ ਵਿੱਚੋਂ ਮਾਈਨਸ ਕਰਨਾ ਹੋਏਗਾ ਔਰ ਸਾਨੂੰ ਕੀ ਪਤਾ ਲੱਗੇਗੀ ਨੈਟ ਸੇਲ। ਗ੍ਰੋਸ ਪ੍ਰੋਫਿਟ ਨੂੰ ਕੈਲਕੂਲੇਟ ਕਰਨ ਦਾ ਫਾਰਮੂਲਾ ਹੋਏਗਾ ਓਪਨਿੰਗ ਸਟਾਕ। ਓਪਨਿੰਗ ਸਟਾਕ ਹੁੰਦਾ ਵੀ ਜਿਹੜੇ ਸਮਾਨ ਦੀ ਹੈਲਪ ਦੇ ਨਾਲ ਅਸੀਂ ਚੀਜ਼ਾਂ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ, ਵੀ ਅਸੀਂ ਕੰਪਨੀ ਦੀ ਜਦੋਂ ਸ਼ੁਰੂਆਤ ਕੀਤੀ ਹੈ ਜਾਂ ਕੰਮ ਸ਼ੁਰੂ ਕੀਤਾ ਸਾਡੇ ਕੋਲ ਕਿੰਨਾ ਸਮਾਨ ਸੀ, ਕਿੰਨੇ ਕਹਿ ਸਕਦੇ ਹਾਂ ਕਿ ਯੂਨਿਟ ਸਾਡੇ ਕੋਲ ਸਮਾਨ ਸੀਗਾ ਜਿਹਦੇ ਨਾਲ ਅਸੀਂ ਕੰਮ ਨੂੰ ਸ਼ੁਰੂ ਕੀਤਾ ਸੀ। ਐਗਜ਼ਾਮਪਲ ਦੇ ਤੌਰ 'ਤੇ ਅਸੀਂ ਇਹ ਲੈ ਸਕਦੇ ਹਾਂ ਕਿ ਜਿਵੇਂ ਚਾਕਲੇਟ ਫੈਕਟਰੀ ਦੀ ਗੱਲ ਕਰ ਸਕਦੇ ਹਾਂ ਕਿ ਜਦੋਂ ਉਹਨਾਂ ਨੇ ਸਟਾਰਟ ਕੀਤਾ ਸੀ ਉਹਨਾਂ ਕੋਲ ਕਿੰਨੀ ਚਾਕਲੇਟ ਪਾਊਡਰ ਸੀਗਾ ਜਿਹਦੇ ਨਾਲ ਉਹਨਾਂ ਨੇ ਚਾਕਲੇਟ ਨੂੰ ਬਣਾਉਣਾ ਸਟਾਰਟ ਕੀਤਾ, ਕਿੰਨੀ ਕੁਆਂਟਿਟੀ ਕਿੰਨੀ ਮਾਤਰਾ ਦੇ ਵਿੱਚ ਸੀਗਾ, ਉਹ ਓਪਨਿੰਗ ਸਟਾਕ ਹੋ ਗਿਆ। ਫਿਰ ਉਸ ਤੋਂ ਬਾਅਦ ਹੋ ਗਿਆ ਨੈਟ ਪਰਚੇਜ਼, ਵੀ ਉਸ ਤੋਂ ਬਾਅਦ ਉਹਨਾਂ ਨੇ ਕਿੰਨਾ ਖਰੀਦਣਾ, ਉਹਨਾਂ ਨੂੰ ਹੋਰ ਕਿੰਨਾ ਖਰੀਦਣਾ ਪਿਆ, ਵੀ ਜਿੰਨਾ ਸੀਗਾ ਉਹ ਕਾਫੀ ਨਹੀਂ ਸੀਗਾ, ਘੱਟ ਹੋ ਸਕਦਾ, ਹੋਰ ਖਰੀਦਣਾ ਪਿਆ। ਫਿਰ ਉਹ ਸਮਾਨ ਨੂੰ ਖਰੀਦਣ ਦੇ ਲਈ ਕਿਹੜੇ ਕਿਹੜੇ ਉਹਨਾਂ ਨੂੰ ਖਰਚੇ ਆਏ, ਵੀ ਜਦੋਂ ਮਸ਼ੀਨਾਂ 'ਤੇ ਲਗਾਇਆ ਮਸ਼ੀਨਾਂ ਦਾ ਖਰਚਾ ਹੋ ਸਕਦਾ, ਵੀ ਹੋਰ ਜਿਹੜੇ ਉਹਨਾਂ ਨੇ ਪਰਚੇਜ਼ ਕੀਤਾ ਸਮਾਨ ਉਹਦੇ ਨਾਲ ਰਿਲੇਟਿਡ ਖਰਚੇ, ਜਾਂ ਸਮਾਨ ਨੂੰ ਬਣਾਉਣ ਦੇ ਨਾਲ ਜੁੜੇ ਖਰਚੇ, ਕੋਈ ਉਹਦੇ ਵਿੱਚ ਫਲੇਵਰ ਐਡ ਕੀਤਾ ਕੁਛ ਵੀ ਆ, ਉਹ ਸਾਰੇ ਖਰਚੇ ਐਡ ਹੋ ਜਾਣਗੇ। ਕਲੋਜ਼ਿੰਗ ਸਟਾਕ ਜਿਹੜਾ ਕੀ ਹੋ ਜਾਊਗਾ ਮਾਈਨਸ। ਕਲੋਜ਼ਿੰਗ ਸਟਾਕ ਹੋ ਜਾਊਗਾ ਵੀ ਜਦੋਂ ਸਾਡਾ ਇੱਕ ਜਿਹੜਾ ਆਰਡਰ ਸੀਗਾ ਪੂਰਾ ਹੋ ਗਿਆ, ਜਿੰਨਾ ਸਾਨੂੰ ਮਾਰਕੀਟ ਦੇ ਵਿੱਚ ਆਰਡਰ ਮਿਲਿਆ ਸੀ ਉਹ ਪੂਰਾ ਹੋ ਗਿਆ, ਉਸ ਤੋਂ ਬਾਅਦ ਜਿਹੜਾ ਸਮਾਨ ਬਚ ਗਿਆ ਉਹ ਅਸੀਂ ਮਾਈਨਸ ਕਰ ਦੇਣਾ ਹੁੰਦਾ ਕਿਉਂਕਿ ਉਹ ਸਮਾਨ ਹਜੇ ਅਸੀਂ ਯੂਜ਼ ਨਹੀਂ ਕਰ ਰਹੇ ਹਾਂ, ਉਹਨੂੰ ਹਜੇ ਅਸੀਂ ਵਰਤੇ ਨਹੀਂ, ਉਹਦੇ ਤੋਂ ਕੋਈ ਸਮਾਨ ਜਿਹੜਾ ਉਹ ਨਹੀਂ ਬਣਾਇਆ, ਤਾਂ ਉਹ ਚੀਜ਼ ਜਿਹੜੀ ਮਾਈਨਸ ਹੋ ਜੂਗੀ। ਸੋ ਦੇਖੋ ਕਾਸਟ ਆਫ ਗੁੱਡ ਸੋਲਡ, ਓਪਨਿੰਗ ਸਟਾਕ, ਨੈਟ ਪਰਚੇਜ਼ ਐਡ, ਡਾਇਰੈਕਟ ਐਕਸਪੈਂਸਿਸ ਨੂੰ ਐਡ ਕਰਨਾ ਅਤੇ ਕਲੋਜ਼ਿੰਗ ਸਟਾਕ ਆ ਜਿਹੜਾ ਉਹ ਮਾਈਨਸ ਕਰਨਾ ਹੈ। ਫਿਰ ਹੋਏਗਾ ਗ੍ਰੋਸ ਪ੍ਰੋਫਿਟ। ਨੈਟ ਸੇਲ ਦੇ ਵਿੱਚ ਜੋ ਅਸੀਂ ਇੱਥੇ ਉੱਪਰ ਕੈਲਕੂਲੇਟ ਕੀਤੀ ਹੈ ਨੈਟ ਸੇਲ, ਠੀਕ ਹੈ, ਉਹਦੇ ਵਿੱਚੋਂ ਕਾਸਟ ਆਫ ਗੁੱਡ ਸੋਲਡ ਜੋ ਥਰਡ ਪੁਆਇੰਟ ਦੇ ਵਿੱਚ ਕੈਲਕੂਲੇਸ਼ਨ ਹੋਈ ਹੈ ਉਹਨੂੰ ਅਸੀਂ ਮਾਈਨਸ ਕਰਾਂਗੇ ਤਾਂ ਸਾਡੇ ਕੋਲ ਜਿਹੜੀ ਗ੍ਰੋਸ ਪ੍ਰੋਫਿਟ ਦੀ ਕੈਲਕੂਲੇਸ਼ਨ ਆ ਉਹ ਆ ਜਾਏਗੀ। ਜ਼ਰੂਰੀ ਨਹੀਂ ਹੈ ਕਿ ਹਰ ਵਾਰੀ ਸਿੱਧੇ ਫਾਰਮੂਲੇ ਹੀ ਚੱਕ ਕੇ ਤੁਸੀਂ ਲਗਾਓ, ਕਈ ਵਾਰੀ ਕੀ ਹੁੰਦਾ ਹਰ ਇੱਕ ਚੀਜ਼ ਕਿਸੇ ਨਾ ਕਿਸੇ 'ਤੇ ਡਿਪੈਂਡ ਆ। ਤੁਹਾਨੂੰ ਕਿਆ ਹੋਊਗਾ ਗ੍ਰੋਸ ਪ੍ਰੋਫਿਟ ਪਤਾ ਕਰੋ, ਨੈਟ ਸੇਲ ਵੀ ਨਹੀਂ ਦਿੱਤੀ ਹੋਊਗੀ, ਕਾਸਟ ਆਫ ਗੁੱਡ ਸੋਲਡ ਵੀ ਨਹੀਂ ਪਤਾ ਕਰਕੇ ਦੱਸੀ ਹੋਊਗੀ। ਸਭ ਤੋਂ ਪਹਿਲਾਂ ਤੁਸੀਂ ਨੈਟ ਸੇਲ ਪਤਾ ਕਰੋਗੇ, ਫਿਰ ਨੈਟ ਸੇਲ ਦੀ ਮਦਦ ਦੇ ਨਾਲ ਤੁਸੀਂ ਕਾਸਟ ਆਫ ਗੁੱਡ ਸੋਲਡ ਪਤਾ ਕਰੋਗੇ, ਫਿਰ ਇਹਨਾਂ ਦੋਨਾਂ ਦੀ ਹੈਲਪ ਦੇ ਨਾਲ ਤੁਸੀਂ ਗ੍ਰੋਸ ਪ੍ਰੋਫਿਟ ਪਤਾ ਕਰੋਗੇ। ਅੱਗੇ ਹੈ ਨੈਟ ਪ੍ਰੋਫਿਟ। ਨੈਟ ਪ੍ਰੋਫਿਟ ਦੇ ਵਿੱਚ ਕੀ ਹੋਏਗਾ ਕਿ ਸਭ ਤੋਂ ਪਹਿਲਾਂ ਗ੍ਰੋਸ ਪ੍ਰੋਫਿਟ ਆਪਾਂ ਨੂੰ ਦੇਖਣਾ ਪਏਗਾ ਵੀ ਕਿੰਨਾ ਹੈ, ਅਗਰ ਤਾਂ ਹੈ ਤਾਂ ਸੇਮ ਐਜ਼ ਯੂਜ਼ ਕਰਾਂਗੇ, ਅਗਰ ਨਹੀਂ ਤਾਂ ਖੁਦ ਕੈਲਕੂਲੇਟ ਕਰਾਂਗੇ। ਨੈਟ ਜਿਹੜਾ ਪ੍ਰੋਫਿਟ ਆ ਪਤਾ ਕਰਨ ਦੇ ਲਈ ਜਿੰਨਾ ਸਾਡੇ ਕੋਲ ਟੋਟਲ ਪ੍ਰੋਫਿਟ ਆ, ਗ੍ਰੋਸ ਪ੍ਰੋਫਿਟ ਜਿਹਨੂੰ ਅਸੀਂ ਕਹਿ ਦਿੰਦੇ ਹਾਂ, ਉਹਦੇ ਵਿੱਚੋਂ ਸਾਡੇ ਇਨਡਾਇਰੈਕਟ ਐਕਸਪੈਂਸਿਸ ਮਾਈਨਸ ਹੋਣਗੇ। ਇਨਡਾਇਰੈਕਟ ਹੁੰਦੇ ਆ ਜਿਹੜੇ ਕਿ ਸਿੱਧੇ ਤਰੀਕੇ ਨਾਲ ਕੰਪਨੀ ਦੇ ਜਾਂ ਮਟੀਰੀਅਲ ਦੇ ਬਣਾਉਣ ਦੇ ਨਾਲ ਨਹੀਂ ਜੁੜੇ ਹੋਣਗੇ, ਸਿੱਧੇ ਤਰੀਕੇ ਨਾਲ ਜਿਹੜੇ ਨਹੀਂ ਹੋਣਗੇ ਉਹਨੂੰ ਇਨਡਾਇਰੈਕਟ ਬੋਲਦੇ, ਜਿਵੇਂ ਐਡਵਰਟਾਈਜ਼ਮੈਂਟ ਹੋ ਗਈ, ਮਸ਼ਹੂਰੀ ਕਰਨਾ ਕਿਸੇ ਚੀਜ਼ ਦੀ, ਠੀਕ ਹੈ, ਜਾਂ ਉਹਦੇ 'ਚ ਜਿਹੜੀ ਪ੍ਰਿੰਟਿੰਗ 'ਤੇ ਖਰਚਾ ਆ ਗਿਆ, ਕਵਰ ਵਗੈਰਾ ਪ੍ਰਿੰਟ ਹੋ ਰਿਹਾ, ਪੈਕਿੰਗ ਹੋ ਰਹੀ ਆ, ਇੰਸ਼ੋਰੈਂਸ ਕਰਾਇਆ ਜਾ ਰਿਹਾ, ਇਹ ਸਾਰੇ ਇਨਡਾਇਰੈਕਟ ਖਰਚੇ ਹੈ। ਇਸ ਚੀਜ਼ਾਂ ਸਾਨੂੰ ਜਿਹੜੀਆਂ ਕੀ ਹੈ ਇਨਡਾਇਰੈਕਟ ਖਰਚੇ ਜਿਹੜੇ ਆ ਉਹ ਟੋਟਲ ਪ੍ਰੋਫਿਟ ਦੇ ਵਿੱਚ ਮਾਈਨਸ ਕਰਕੇ ਨੈਟ ਪ੍ਰੋਫਿਟ ਪਤਾ ਲੱਗ ਜਾਏਗਾ।
ਹੁਣ ਡਾਇਰੈਕਟ ਔਰ ਇਨਡਾਇਰੈਕਟ ਖਰਚੇ ਕਿਹੜੇ ਆ ਉਹ ਵੀ ਕਈ ਵਾਰੀ ਪਤਾ ਕਰਨੇ ਪੈ ਜਾਂਦੇ, ਕਿਉਂਕਿ ਕਈ ਵਾਰੀ ਇੱਕ ਤੋਂ ਜ਼ਿਆਦਾ ਵੈਲਿਊਜ਼ ਦਿੱਤੀਆਂ ਹੋ ਸਕਦੀਆਂ ਔਰ ਇੱਕ ਤੋਂ ਜ਼ਿਆਦਾ ਵੈਲਿਊਜ਼ ਅਗਰ ਦਿੱਤੀਆਂ ਹੋਣਗੀਆਂ ਤਾਂ ਅਸੀਂ ਟੋਟਲ ਜਿਹੜੇ ਇਨਡਾਇਰੈਕਟ ਔਰ ਡਾਇਰੈਕਟ ਐਕਸਪੈਂਸਿਸ ਆ ਉਹਨਾਂ ਨੂੰ ਕੈਲਕੂਲੇਟ ਕਰਾਂਗੇ। ਜਿਹੜੇ ਤਾਂ ਹੋਣਗੇ ਡਾਇਰੈਕਟ ਐਕਸਪੈਂਸਿਸ ਉਹਦੇ ਵਿੱਚ ਡਾਇਰੈਕਟ ਵੇਜਿਸ ਹੋਣਗੀਆਂ, ਕੋਈ ਕੈਰੀਜ ਇਨਵਰਡ ਆ ਕਿਸੇ ਵੀ ਤਰੀਕੇ ਦੀ ਕੈਰੀਜ ਆ ਇਨਵਰਡ ਆ, ਠੀਕ ਹੈ, ਉਹ ਇਨਵਰਡ ਵਾਲੀਆਂ ਵੈਲਿਊਜ਼ ਹਮੇਸ਼ਾ ਕੀ ਆ ਡਾਇਰੈਕਟ ਐਕਸਪੈਂਸਿਸ ਰਹਿਣਗੇ। ਆਊਟਵਰਡ ਜਿਹੜੀਆਂ ਹੋਣਗੀਆਂ ਵੈਲਿਊਜ਼ ਉਹ ਕੀ ਹੋ ਜਾਣਗੀਆਂ ਸਾਡੇ ਕੋਲੇ ਇਨਡਾਇਰੈਕਟ ਖਰਚੇ। ਕੈਰੀਜ ਇਨਵਰਡ, ਫਰੇਟ ਐਂਡ ਆਕਟਰੀਜ਼, ਠੀਕ ਹੈ। ਇੰਪੋਰਟ ਡਿਊਟੀ ਦਾ ਮਤਲਬ ਹੁੰਦਾ ਕਿ ਜਦੋਂ ਅਸੀਂ ਕੋਈ ਸਮਾਨ ਖਰੀਦਦੇ ਹਾਂ, ਬਾਹਰੋਂ ਅਸੀਂ ਸਮਾਨ ਲੈ ਕੇ ਆਉਂਦੇ ਹਾਂ, ਫੋਰਨ ਕੰਟਰੀ ਤੋਂ ਲੈ ਕੇ ਆਉਂਦੇ ਹਾਂ, ਤਾਂ ਸਾਨੂੰ ਉਹ ਖਰੀਦਣ ਦੇ ਲਈ ਕੋਈ ਨਾ ਕੋਈ ਚਾਰਜਿਸ ਆ ਜਿਹੜੇ ਉਹ ਪੇ ਕਰਨੇ ਪੈਂਦੇ ਸਮਾਨ ਲੈ ਕੇ ਆਉਣ ਦੇ ਲਈ, ਤਾਂ ਉਹਨੂੰ ਅਸੀਂ ਇੰਪੋਰਟ ਡਿਊਟੀ ਬੋਲਦੇ ਹਾਂ। ਕੋਈ ਫੈਕਟਰੀ ਦੇ ਨਾਲ ਜੁੜੇ ਖਰਚੇ, ਇਹ ਸਾਰੇ ਖਰਚੇ ਜਿਹੜੇ ਕੀ ਹੋ ਜਾਣਗੇ ਐਡ ਹੋ ਜਾਣਗੇ ਅਤੇ ਕੀ ਪਤਾ ਲੱਗ ਜੂਗਾ ਡਾਇਰੈਕਟ ਐਕਸਪੈਂਸਿਸ। ਫਿਰ ਇਨਡਾਇਰੈਕਟ ਐਕਸਪੈਂਸਿਸ ਦੇ ਵਿੱਚ ਆ ਜਾਏਗਾ ਸੈਲਰੀਜ਼, ਰੈਂਟ, ਐਡਵਰਟਾਈਜ਼ਮੈਂਟ, ਕੈਰੀਜ ਆਊਟਵਰਡ, ਬਾਹਰ ਜੋ ਵੀ ਸਮਾਨ ਜਿਹੜਾ ਭੇਜਿਆ ਜਾ ਰਿਹਾ, ਠੀਕ ਹੈ। ਐਕਸਪੋਰਟ ਡਿਊਟੀ, ਹੁਣ ਜਿਹੜਾ ਅਸੀਂ ਸਮਾਨ ਬਾਹਰ ਭੇਜ ਰਹੇ ਹਾਂ ਉਹ ਬਾਹਰ ਭੇਜਣ 'ਤੇ ਸਾਨੂੰ ਜੋ ਖਰਚਾ ਆ, ਕੋਈ ਟਿਕਟ ਬੁਕਿੰਗ ਦਾ ਆਇਆ, ਕੋਈ ਤੇਲ ਦਾ ਖਰਚਾ ਆਇਆ, ਇਹ ਸਾਰੇ ਖਰਚੇ ਐਕਸਪੋਰਟ ਡਿਊਟੀ ਦੇ ਵਿੱਚ, ਠੀਕ ਹੈ। ਆਫਿਸ ਐਕਸਪੈਂਸਿਸ, ਹੁਣ ਆਫਿਸ ਐਕਸਪੈਂਸਿਸ ਜਿਹੜੇ ਉਹ ਆ ਜਾਣਗੇ ਕਿਉਂਕਿ ਆਫਿਸ ਦਾ ਲੈਣਾ ਦੇਣਾ ਸਿਰਫ ਔਰ ਸਿਰਫ ਕਾਗਜ਼ੀ ਕੰਮਾਂ ਦੇ ਨਾਲ ਹੋਏਗਾ। ਆਫਿਸ ਨੇ ਮਸ਼ੀਨਾਂ ਦੇ ਨਾਲ ਜਾ ਕੇ ਕੰਮ ਨਹੀਂ ਕਰਨਾ ਹੋਏਗਾ। ਆਫਿਸ ਦੇ ਵਿੱਚ ਮਸ਼ੀਨੀ ਜਿਹੜੇ ਮਟੀਰੀਅਲ ਆ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਰੱਖਿਆ ਜਾਊਗਾ, ਸਿਰਫ ਉਹਦੀ ਰਿਟਨ ਇਨਫੋਰਮੇਸ਼ਨ ਡਿਸਕਸ ਕੀਤੀ ਜਾਊਗੀ। ਤਾਂ ਆਪਾਂ ਸਿਰਫ ਡਾਇਰੈਕਟ ਐਕਸਪੈਂਸਿਸ ਦੇ ਵਿੱਚ ਫੈਕਟਰੀ ਦੀ ਗੱਲ ਕਰਨੀ ਹੈ ਜਿੱਥੇ ਅਸਲ ਸਮਾਨ ਬਣ ਰਿਹਾ। ਇਨਡਾਇਰੈਕਟ ਕੀ ਆ ਜਾਣਗੇ ਆਫਿਸ ਜਿੱਥੇ ਕਲੈਰੀਕਲ ਵਰਕ ਕੀਤਾ ਜਾ ਰਿਹਾ। ਸੋ ਇਹ ਮੋਸਟ ਇੰਪੋਰਟੈਂਟ ਫਾਰਮੂਲੇਜ਼ ਨੇ ਤੁਹਾਡੀ ਜਿਹੜੇ ਇਸ ਚੈਪਟਰ ਦੇ, ਇਹਨਾਂ ਨੂੰ ਤੁਸੀਂ ਪ੍ਰੋਪਰਲੀ ਅੰਡਰਸਟੈਂਡ ਕਰਨਾ ਫਸਟਲੀ, ਦੈਨ ਤੁਸੀਂ ਜਿਹੜੇ ਨਿਊਮੈਰੀਕਲਸ ਨੇ ਉਹਨਾਂ ਨੂੰ ਸੋਲਵ ਕਰਨਾ ਹੈ। ਸੋ ਨਾਓ ਹੁਣ ਆਪਾਂ ਇੱਕ ਕੁਐਸਚਨਸ ਨੇ ਉਹਨਾਂ ਦੇ ਵਿੱਚੋਂ ਮੈਂ ਤੁਹਾਨੂੰ ਫਸਟ ਨਿਊਮੈਰੀਕਲ ਕਰਵਾਉਣ ਜਾ ਰਹੀ ਹਾਂ। ਸੋ ਫਸਟਲੀ ਇਸ ਨਿਊਮੈਰੀਕਲ ਨੂੰ ਧਿਆਨ ਨਾਲ ਦੇਖੋ ਔਰ ਬਾਕੀ ਜਿਹੜੇ ਰਿਮੇਨਿੰਗ ਪੁਆਇੰਟਸ ਨੇ ਉਹ ਤੁਸੀਂ ਖੁਦ ਡਿਸਕਸ ਕਰਨੇ ਆ। ਫਸਟ ਆਫ ਆਲ ਆਪਣੇ ਕੋਲ ਹੈ ਆਪਾਂ ਇੱਥੇ ਕੈਲਕੂਲੇਸ਼ਨ ਕਰਨੀ ਆ, ਠੀਕ ਹੈ, ਕਿਸ ਚੀਜ਼ ਦੀ, ਨੈਟ ਪਰਚੇਜ਼ ਔਰ ਨੈਟ ਸੇਲ, ਦੋ ਚੀਜ਼ਾਂ ਨੇ। ਆਪਾਂ ਨੂੰ ਕਿਹਾ ਹੋਇਆ ਕਿ ਆਪਣੇ ਕੋਲ ਕੈਲਕੂਲੇਟ ਕਰਨ ਨੂੰ ਕਿਹਾ ਨੈਟ ਪਰਚੇਜ਼ ਕੈਲਕੂਲੇਟ ਕਰਨੀ ਆ ਐਂਡ ਨੈਟ ਸੇਲ ਪਤਾ ਕਰਨੀ ਆ, ਜਿਹਦੇ ਲਈ ਸਾਨੂੰ ਇਨਫੋਰਮੇਸ਼ਨ ਦਿੱਤੀ ਆ। ਇੱਕ ਤਾਂ ਪਰਚੇਜ਼ ਦਿੱਤੀ ਆ ਟੋਟਲ, ਠੀਕ ਹੈ, ਰਿਟਰਨ ਆਊਟਵਰਡ ਗਿਵਨ ਆ, ਰਿਟਰਨ ਇਨਵਰਡ ਗਿਵਨ ਆ, ਸੇਲ ਗਿਵਨ ਆ, ਠੀਕ ਹੈ, ਇਹ ਸਾਰੀਆਂ ਚੀਜ਼ਾਂ ਆਪਾਂ ਨੂੰ ਗਿਵਨ ਆ। ਸੋ ਆਪਣੇ ਕੋਲ ਦੋ ਕੰਸੈਪਟ ਨੇ ਜਿਹੜੇ ਅਸੀਂ ਕੈਲਕੂਲੇਟ ਕਰਨੇ ਆ, ਇੱਕ ਹੈ ਨੈਟ ਪਰਚੇਜ਼, ਦੂਸਰਾ ਹੈ ਨੈਟ ਸੇਲ, ਠੀਕ ਹੈ। ਸੋ ਦੇਖੋ ਫਸਟਲੀ ਨੈਟ ਪਰਚੇਜ਼, ਜਦੋਂ ਵੀ ਅਸੀਂ ਨੈਟ ਪਰਚੇਜ਼ ਦੀ ਕੈਲਕੂਲੇਸ਼ਨ ਕਰਨੀ ਆ, ਸਾਡੇ ਕੋਲ ਜਿਹੜੀ ਟੋਟਲ ਅਸੀਂ ਸਮਾਨ ਪਰਚੇਜ਼ ਕੀਤਾ ਜਿਹਨੂੰ ਅਸੀਂ ਗਰੋਸ ਪ੍ਰੋਫਿਟ ਕਹਿੰਦੇ ਆ, ਠੀਕ ਹੈ। ਗਰੋਸ ਪਰਚੇਜ਼ ਆ ਜਿਹੜੀ ਸਾਡੇ ਕੋਲ ਟੋਟਲ ਕਿੰਨੀ ਆ ਉਹ ਦੇਖਣੀ ਅਸੀਂ ਇਸ ਪ੍ਰੈਜ਼ੈਂਟ ਟਾਈਮ 'ਤੇ। ਗਰੋਸ ਪਰਚੇਜ਼ ਕਿੰਨੀ ਹੈ ਸਾਡੇ ਕੋਲ, ਉਹਦੇ ਵਿੱਚੋਂ ਅਸੀਂ ਮਾਈਨਸ ਕਰਨੀ ਹੈ ਕਿਹੜੀ ਵੈਲਿਊ ਨੂੰ ਅਸੀਂ ਮਾਈਨਸ ਕਰਨਾ, ਜੋ ਵੈਲਿਊ ਰਿਟਰਨ ਹੋ ਚੁੱਕੀ ਆ, ਵਾਪਸ ਹੋ ਚੁੱਕੀ ਹੈ। ਰਿਟਰਨ ਕਿਹੜੀ ਹੋਏਗੀ ਮਾਈਨਸ ਇਹਦੇ ਵਿੱਚੋਂ ਰਿਟਰਨ ਆਊਟਵਰਡ। ਸੋ ਹੁਣ ਕੁਐਸਚਨ 'ਤੇ ਚੱਲਦੇ ਆ, ਸਾਡੇ ਕੋਲ ਕਿਹੜੀ ਵੈਲਿਊ ਗਿਵਨ ਆ, ਪਰਚੇਜ਼ ਗਿਵਨ ਆ, ਠੀਕ ਹੈ। ਓਬਵੀਅਸ ਆ ਕਿ ਸਾਨੂੰ ਪਰਚੇਜ਼ ਇੱਥੇ ਦੱਸੀ ਹੋਈ ਆ ਕੈਲਕੂਲੇਟ ਕਰਨ ਦੇ ਲਈ, ਤਾਂ ਅਸੀਂ ਜਿਹੜੀ ਸਾਡੇ ਕੋਲ ਪਰਚੇਜ਼ ਆ ਉਹ ਇੱਥੇ ਲਿਖ ਲਾਂਗੇ। ਕਿੰਨੀ ਪਰਚੇਜ਼ ਆ, 3,10,000, ਠੀਕ ਹੈ। ਫਿਰ ਸਾਨੂੰ ਰਿਟਰਨ ਆਊਟਵਰਡ ਵੀ ਗਿਵਨ ਆ, ਠੀਕ ਹੈ। ਰਿਟਰਨ ਜਿਹੜੀ ਸਾਨੂੰ ਗਿਵਨ ਆ ਉਹ ਕਿੰਨੀ ਆ ਉਹ ਵੀ ਅਸੀਂ ਇੱਥੇ ਦੇਖ ਲਾਂਗੇ ਵੀ ਰਿਟਰਨ ਆਊਟਵਰਡ ਆ ਜਿਹੜੀ ਉਹ ਸਾਨੂੰ ਇੱਥੇ ਗਿਵਨ ਹੈਗੀ ਆ 10,000 ਜਿਹੜੀ ਰਿਟਰਨ ਆ ਉਹ ਇੱਥੇ ਮਾਈਨਸ ਹੋ ਜਾਏਗੀ। ਤਾਂ ਸਾਡੇ ਕੋਲ ਜਿਹੜਾ ਟੋਟਲ ਇੱਕ ਨੈਟ ਪਰਚੇਜ਼ ਦੀ ਕੈਲਕੂਲੇਸ਼ਨ ਆ ਉਹ ਆ ਜਾਏਗੀ, ਕਿੰਨੀ ਆਏਗੀ, 3 ਲੱਖ, ਠੀਕ ਹੈ। ਸੈਕਿੰਡ ਇਹ ਸੀ ਸਾਡੇ ਕੋਲ ਗਰੋਸ ਪ੍ਰੋਫਿਟ, ਹੁਣ ਪਰਚੇਜ਼। ਸੈਕਿੰਡ ਹੋ ਜਾਏਗਾ ਹੁਣ ਸਾਡੇ ਕੋਲ ਨੈਟ ਸੇਲ। ਨੈਟ ਸੇਲ ਨੂੰ ਕਿਵੇਂ ਪਤਾ ਕਰਨਾ ਹੈ, ਜੋ ਸਾਡੀ ਟੋਟਲ ਸੇਲ ਆ, ਠੀਕ ਹੈ, ਜਿੰਨੀ ਸਾਨੂੰ ਟੋਟਲ ਸੇਲ ਗਿਵਨ ਆ ਉਹਦੇ ਵਿੱਚੋਂ ਅਸੀਂ ਰਿਟਰਨ ਇਨਵਰਡ ਨੂੰ ਮਾਈਨਸ ਕਰਨਾ ਹੈ। ਨੈਟ ਸੇਲ ਪਤਾ ਕਰਨ ਦੇ ਲਈ ਸਾਡੇ ਕੋਲ ਜੋ ਸੇਲ ਆ, ਠੀਕ ਹੈ, ਉਹਦੇ ਵਿੱਚੋਂ ਅਸੀਂ ਜੋ ਵੈਲਿਊਜ਼ ਰਿਟਰਨ ਹੋ ਕੇ ਆ ਗਈਆਂ, ਰਿਟਰਨ ਇਨਵਰਡ ਦੀ ਜਿਹੜੀ ਕੈਲਕੂਲੇਸ਼ਨ ਆ ਉਹ ਅਸੀਂ ਮਾਈਨਸ ਕਰਨੀ ਆ।
टोटल सेल किन्नी है साडे कोले, टोटल सेल हैगी आ 4,50,000, ठीक है। उस वैल्यू नूं इत्थे लिख लांगे 4,50,000 साडे कोले सेल आ, माइनस किहड़ी वैल्यू करनी है असी, इनवर्ड, इनवर्ड किन्नी आ 50,000। तो असी इत्थे 50,000 की जो वैल्यू आ 4,50,000 दे विचों रिटर्न इनवर्ड की वैल्यू नूं माइनस करना है, किन्ना बच गया 4 ਲੱਖ, ठीक है। ये वैल्यूज़ आ जिहड़ियां सानू की दस रही हैं कि जो जिन्नी भी साडे कोले टोटल सेल आ, उस सेल वैल्यू दे विचों असी जो साडे कोले वैल्यू इधर रिटर्न आ, ठीक है, इनवर्ड आ, उन्होंने माइनस करांगे तो ऑटोमैटिकली साडे कोले किहड़ी वैल्यू कैलकुलेट हो जाएगी, नैट सेल। सेल विचों रिटर्न इनवर्ड माइनस होनी है, परचेज दे विचों रिटर्न आउटवर्ड जिहड़ी वैल्यू है वो माइनस होनी है। ये फर्स्ट क्वेश्चन है तुहाडी बुक दा, ठीक है। और इस तो बाद है तुहाडे कोले कैलकुलेशन करनी है ग्रॉस प्रॉफिट दी, सिर्फ और सिर्फ ग्रॉस प्रॉफिट दी, कल्ले ग्रॉस प्रॉफिट दी कैलकुलेशन जिहड़ी तुसीं करनी है। और इस तो बाद इस ग्रॉस प्रॉफिट नूं कैलकुलेट करन तो बाद रिमेनिंग क्वेश्चन जिहड़े तुसीं ओह खुद ट्राई करने हैं। ग्रॉस प्रॉफिट नूं फाइंड आउट करन दे लई फोर्थ न्यूमेरिकल है जिहड़ा ओह ट्राई करना है, मैं करवा रही हाँ। देखो फस्ट ऑफ ऑल अपने कोले वैल्यूज़ गिवन आ, ओपनिंग स्टॉक गिवन आ, कैश सेल यानी कि कैश दे नाल सेल हुई आ, ठीक है, क्रेडिट सेल, कैश और क्रेडिट दो तरीके नाल सेल हुई है, उधार ते भी हुई है, कैश नाल भी हुई है, बट सेल हुई है। सेल रिटर्न, ठीक है, हम सेल रिटर्न हुई है, इत्थे आपां नूं बिल्कुल डायरैक्टली क्लीयर दस्सिया होया कि सेल दा किता होया समान वापस आया। फिर है पावर एंड फ्यूल, ठीक है, पावर एंड फ्यूल का मतलब हुंदा कि फैक्ट्री दे विच मशीनां नूं चलाउण दे लई बिजली और जिहड़ा फ्यूल आ उहदा जिहड़ा खर्चा है वो आएगा। कैरिज, अगर कल्ला कोई भी कैरिज आ तो हमेशा कैरिज इनवर्ड हुंदा है, आउटवर्ड नहीं, कल्ला कैरिज इनवर्ड ही हुंदा है, आउटवर्ड कदी नहीं हुंदा, ठीक है। रॉयल्टी ऑन सेल, रॉयल्टी ऑन सेल कि जिहड़ी समान नूं सेल कीता है उहदे ते थोड़ी बहुती छूट आ जिहड़ी ओह थोड़ी बहुती जिहड़ी छूट परसन नूं ओह गिवन कीती गई है। नैट परचेज सानू गिवन आ, ठीक है, क्लोजिंग स्टॉक भी सानू गिवन आ, ऑलमोस्ट वो सारियां वैल्यूज़ आ जिहड़ियां सानू गिवन आ। हुण इहदे विच असीं कैलकुलेट की करना है, ग्रॉस प्रॉफिट, ठीक है। ग्रॉस प्रॉफिट नूं कैलकुलेट करन दा फार्मूला सी साडे कोले नैट सेल माइनस कॉस्ट ऑफ गुड्स सोल्ड। नैट सेल साडे कोले नहीं है, साडे कोले सिर्फ और सिर्फ नैट परचेज आ, ठीक है। तो सब तो पहला असी की करांगे, नैट सेल नूं कैलकुलेट करांगे भी साडे कोले असल सेल किन्नी है, ठीक है। साडे कोले फार्मूला जरूर है, ठीक है, असी पता करना है भी साडे कोले ग्रॉस प्रॉफिट किन्ना है, बट इस तो पहला सानू नैट सेल है जिहड़ी वो पता करनी पएगी, ठीक है जी। असल दे विच सानू सेल किन्नी हुई है, ग्रॉस प्रॉफिट का फार्मूला सीगा साडे कोले नैट सेल माइनस कॉस्ट ऑफ गुड्स सोल्ड। हाँ इहदे विच साडे कोले ना तां कॉस्ट ऑफ गुड्स सोल्ड गिवन आ, ना ही नैट सेल गिवन आ। सो फस्ट ऑफ ऑल असी नैट सेल कैलकुलेट करांगे जो कि सानू इत्थे दो वे दे नाल गिवन आ। साडे कोले है कैश सेल आ और क्रेडिट सेल आ। फस्ट ऑफ ऑल जिहड़ी साडे कोले कैश दे नाल सेल आ, ठीक है, और जो क्रेडिट आ उन्हां दोनों नूं असीं आपस दे विच प्लस कर दांगे। कैश सेल और क्रेडिट सेल टोटल सेल होगी, और इहदे विचों जिहड़ी साडी इत्थे रिटर्न हुई आ सेल रिटर्न, जिन्नी भी वैल्यू उहनूं असीं माइनस, जिन्नी भी सेल रिटर्न आ वो असीं इधर माइनस करनी है। मतलब कि जिन्ने हुण साडे कोले 25,000 दी साडे कोले कैश दे नाल सेल आ ते 4,75,000 साडी क्रेडिट सेल आ। सो इधर ऐड हो जाएगा 25,000 4,75,000, यानी कि टोटल सेल साडे कोले इधर किन्नी आ जाएगी 25 प्लस 4,75,000। इस वैल्यू नूं लिखण तो बाद एक वैल्यू होर इत्थे माइनस होएगी जो कि साडी सेल रिटर्न दी वैल्यू आ। सेल रिटर्न है साडे कोले 20,000,
25,000 ਦੇ ਵਿੱਚ ਐਡ ਹੋਏਗੇ ਹੋਣਗੇ 4,75,000। ਫਿਰ ਇੱਕ ਚੀਜ਼ ਮਾਈਨਸ ਹੋਏਗੀ, ਉਹ ਹੋਏਗੀ 20,000। ਟੋਟਲ ਜਿਹੜੀ ਸਾਡੇ ਕੋਲ ਨੈਟ ਸੇਲ ਆ ਇਸ ਟਾਈਮ 'ਤੇ ਕਿੰਨੀ ਆ ਜੇਗੀ 4,80,000। 4,80,000 ਆ ਜਿਹੜੀ ਸਾਡੇ ਕੋਲ ਨੈਟ ਸੇਲ ਦੀ ਵੈਲਿਊ ਹੈ ਜਿਹੜੀ ਉਹ ਆਏਗੀ। ਹੁਣ ਨੈਟ ਸੇਲ ਸਾਡੇ ਕੋਲ ਹੈ। ਇਸ ਤੋਂ ਬਾਅਦ ਕਿਹੜੀ ਵੈਲਿਊ ਕੈਲਕੂਲੇਟ ਕਰਨੀ ਆ? ਕੋਸਟ ਆਫ ਗੁੱਡਸ ਸੋਲਡ। ਕੋਸਟ ਆਫ ਗੁੱਡਸ ਸੋਲਡ ਦੇ ਲਈ ਸਾਡੇ ਕੋਲ ਫਾਰਮੂਲਾ ਸੀਗਾ ਓਪਨਿੰਗ ਸਟਾਕ ਦੇ ਵਿੱਚ, ਜੋ ਸਾਡੇ ਕੋਲ ਓਪਨਿੰਗ ਸਟਾਕ ਆ ਉਹਦੇ ਵਿੱਚ ਅਸੀਂ ਸਾਡੀ ਨੈਟ ਪਰਚੇਜ਼ ਆ ਜਿਹੜੀ ਉਹਨੂੰ ਐਡ ਕਰਾਂਗੇ। ਠੀਕ ਹੈ, ਓਪਨਿੰਗ ਸਟਾਕ ਹੈ, ਨੈਟ ਪਰਚੇਜ਼ ਹੈ ਸਾਡੇ ਕੋਲ। ਫਿਰ ਅਸੀਂ ਡਾਇਰੈਕਟ ਐਕਸਪੈਂਸਿਸ ਆ ਜਿਹੜੇ ਉਹਨਾਂ ਨੂੰ ਐਡ ਕਰਨਾ ਹੈ। ਬਟ ਸਾਡੇ ਕੋਲ ਡਾਇਰੈਕਟ ਐਕਸਪੈਂਸਿਸ ਹਜੇ ਸਿੱਧੇ ਵੇ ਦੇ ਨਾਲ ਗਿਵਨ ਨਹੀਂ ਹੈ, ਸਾਡੇ ਕੋਲ ਉਹਦੇ ਕੁਝ ਪਾਰਟ ਗਿਵਨਸ ਆ, ਤਾਂ ਉਹ ਅਸੀਂ ਐਡ ਕਰਕੇ ਪਤਾ ਕਰ ਸਕਦੇ ਹਾਂ। ਫਿਰ ਉਹਦੇ ਵਿੱਚੋਂ ਮਾਈਨਸ ਕਿਹੜੀ ਚੀਜ਼ ਹੋਣੀ ਆ? ਕਲੋਜ਼ਿੰਗ ਸਟਾਕ। ਸਾਰੀਆਂ ਚੀਜ਼ਾਂ ਹੈ ਸਾਡੇ ਕੋਲ। ਨੈਟ ਸੇਲ ਹੈਗੀ ਆ ਉਹ ਜੋ ਅਸੀਂ ਪਹਿਲਾਂ ਪਤਾ ਕੀਤੀ ਆ। ਹੁਣ ਓਪਨਿੰਗ ਕੋਸਟ ਆਫ ਗੁੱਡਸ ਸੋਲਡ ਆ ਜਿਹੜੀ, ਜਿਹਨੂੰ ਅਸੀਂ COGS ਵੀ ਬੋਲਦੇ ਹਾਂ, ਕੋਸਟ ਆਫ ਗੁੱਡਸ ਸੋਲਡ। ਠੀਕ ਹੈ, ਉਹ ਅਸੀਂ ਖੁਦ ਕੈਲਕੂਲੇਟ ਕਰਨੀ ਆ। ਹੁਣ ਉਹਦੇ ਲਈ ਓਪਨਿੰਗ ਸਟਾਕ ਕਿੰਨਾ ਗਿਵਨ ਆ ਸਾਨੂੰ? 15,000 ਸਾਡੇ ਕੋਲ ਓਪਨਿੰਗ ਸਟਾਕ ਆ। ਠੀਕ ਹੈ, ਨਾਲ ਦੀ ਨਾਲ ਸਾਡੇ ਕੋਲ ਸਟਾਕ ਓਪਨਿੰਗ ਸਟਾਕ ਤੋਂ ਬਾਅਦ ਨੈਟ ਪਰਚੇਜ਼ ਕਿੰਨੀ ਆ? ਨੈਟ ਪਰਚੇਜ਼ ਹੈ ਸਾਡੇ ਕੋਲ 4 ਲੱਖ ਦੀ। ਨੈਟ ਪਰਚੇਜ਼ ਤੋਂ ਬਾਅਦ ਹੁਣ ਡਾਇਰੈਕਟ ਐਕਸਪੈਂਸਿਸ ਦੇਖਦੇ ਹਾਂ। ਡਾਇਰੈਕਟ ਐਕਸਪੈਂਸਿਸ ਦੇ ਵਿੱਚ ਕਿਹੜੀ ਕਿਹੜੀ ਚੀਜ਼ ਆ ਜਾਏਗੀ? ਇੱਕ ਤਾਂ ਆ ਜਾਏਗਾ ਸਾਡੇ ਕੋਲ ਪਾਵਰ ਐਂਡ ਫਿਊਲ। ਜਦੋਂ ਅਸੀਂ ਡਾਇਰੈਕਟ ਐਕਸਪੈਂਸਿਸ ਕੈਲਕੂਲੇਟ ਕਰਨੇ ਆ, ਫਸਟ ਆਫ ਆਲ ਸਾਡੇ ਕੋਲ ਆ ਜਾਏਗੀ ਵੈਲਿਊ ਪਾਵਰ ਐਂਡ ਫਿਊਲ। ਪਾਵਰ ਐਂਡ ਫਿਊਲ ਜਿਹੜੀ ਵੈਲਿਊ ਆ ਇਹ ਸਾਡੇ ਮਸ਼ੀਨ ਦੇ ਨਾਲ ਹੀ ਜੁੜੀ ਹੋਈ ਹੈ, ਕਿਉਂਕਿ ਅਗਰ ਮਸ਼ੀਨ ਚੱਲੇਗੀ ਤਾਂ ਕਿਹਦੀ ਹੈਲਪ ਦੇ ਨਾਲ? ਜੋ ਉਹਨੂੰ ਪਾਵਰ ਮਿਲੇਗੀ ਜਾਂ ਫਿਊਲ। ਉਸ ਤੋਂ ਬਾਅਦ ਆ ਜਾਏਗੀ ਕੈਰੇਜ। 2,000 ਦੀ ਜਿਹੜੀ ਕੈਰੇਜ ਆ ਉਹ ਵੀ ਸਾਡੇ ਡਾਇਰੈਕਟ ਐਕਸਪੈਂਸਿਸ ਦਾ ਹੀ ਪਾਰਟ ਆ। ਪਾਵਰ ਐਂਡ ਫਿਊਲ ਪਲੱਸ ਕੈਰੇਜ। ਪਾਵਰ ਐਂਡ ਫਿਊਲ ਦੀ ਵੈਲਿਊ ਹੈ 3,000 ਔਰ 2,000। 3,000 ਪਲੱਸ 2,000 ਮਤਲਬ ਡਾਇਰੈਕਟ ਐਕਸਪੈਂਸਿਸ ਦੀ ਵੈਲਿਊ 5,000। ਠੀਕ ਹੈ, ਹੁਣ ਜਿਹੜੇ ਡਾਇਰੈਕਟ ਐਕਸਪੈਂਸਿਸ ਆ ਉਹ ਇੱਧਰ ਕੀ ਹੋ ਜਾਣਗੇ? ਸਾਡੇ ਕੋਲ ਵੈਲਿਊਜ਼ ਜਿਹੜੀ ਆ ਉਹ ਇੱਥੇ ਐਡ ਹੋ ਜਾਏਗੀ। 4 ਪਰਚੇਜ਼ ਤੋਂ ਬਾਅਦ ਡਾਇਰੈਕਟ ਐਕਸਪੈਂਸਿਸ ਦੀ ਵੈਲਿਊ ਐਡ, ਮਾਈਨਸ ਕੀ ਹੋ ਜਾਏਗਾ? ਕਲੋਜ਼ਿੰਗ ਸਟਾਕ। ਕਲੋਜ਼ਿੰਗ ਸਟਾਕ ਕਿੰਨਾ ਸੀ ਸਾਡੇ ਕੋਲ? 15,000। 15,000 ਕਲੋਜ਼ਿੰਗ ਸਟਾਕ ਮਾਈਨਸ ਹੋ ਜਾਏਗਾ। ਜਦੋਂ ਇਹ ਸਾਰੀਆਂ ਵੈਲਿਊਜ਼ ਨੂੰ ਤੁਸੀਂ ਕੈਲਕੂਲੇਟ ਕਰੋਗੇ ਤਾਂ ਤੁਹਾਡੇ ਕੋਲ ਕੋਸਟ ਆਫ ਗੁੱਡਸ ਸੋਲਡ ਜਿਹੜੀ ਕੀ ਆ 4,05,000 ਜਿਹੜੀ ਵੈਲਿਊ ਤੁਹਾਡੇ ਕੋਲ ਉਹ ਕੈਲਕੂਲੇਟ ਹੋ ਕੇ ਆ ਜਾਏਗੀ। ਯਾਨੀ ਕਿ ਹੁਣ ਤੁਹਾਡੇ ਕੋਲ ਕੋਸਟ ਆਫ ਗੁੱਡਸ ਸੋਲਡ ਜਿਹੜੀ ਉਹ ਕਿੰਨੀ ਆ? 4,05,000 ਆ। ਠੀਕ ਹੈ, ਨੈਟ ਜਿਹੜੀ ਸੇਲ ਸੀਗੀ ਤੁਹਾਡੀ ਉਹ ਹੈਗੀ ਆ 4,80,000। ਦੋਨੋਂ ਚੀਜ਼ਾਂ ਜਿਹੜੀਆਂ ਆਪਾਂ ਨੂੰ ਪਤਾ ਲੱਗ ਗਈਆਂ। ਹੁਣ ਇਸ ਵੈਲਿਊ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਸਾਡੇ ਕੋਲ ਗ੍ਰੋਸ ਪ੍ਰੋਫਿਟ ਆ ਉਹ ਕੈਲਕੂਲੇਟ ਕਰ ਸਕਦੇ ਹਾਂ। ਨੈਟ ਸੇਲ ਹੈਗੀ ਹੈ ਸਾਡੇ ਕੋਲ 4,80,000, ਉਹਦੇ ਵਿੱਚੋਂ ਮਾਈਨਸ ਕਰਨਾ ਹੈ 4,05,000 ਔਰ ਇਹਨਾਂ ਦੋਨਾਂ ਨੂੰ ਜਦੋਂ ਆਪਸ ਦੇ ਵਿੱਚ ਮਾਈਨਸ ਕਰਾਂਗੇ 4,80,000 ਦੇ ਵਿੱਚੋਂ 4,05,000 ਨੂੰ ਮਾਈਨਸ ਕਰਾਂਗੇ ਤਾਂ ਸਾਡੇ ਕੋਲ 75,000 ਰਹਿ ਜਾਊਗਾ ਔਰ ਉਹ ਸਾਡਾ ਕੀ ਆ? ਗ੍ਰੋਸ ਪ੍ਰੋਫਿਟ। ਇਸ ਤਰੀਕੇ ਨਾਲ ਤੁਸੀਂ ਵੈਲਿਊਜ਼ ਆ ਜਿਹੜੀਆਂ ਉਹ ਬਾਕੀ ਦੇ ਨੂਮੈਰੀਕਲਸ ਦੀਆਂ ਵੈਲਿਊਜ਼ ਨੂੰ ਕੈਲਕੂਲੇਟ ਕਰਨਾ ਹੈ। ਇਹ ਗ੍ਰੋਸ ਪ੍ਰੋਫਿਟ ਨੂੰ ਕੈਲਕੂਲੇਟ ਕਰਨ ਦਾ ਵੇ ਸੀ। ਬਾਕੀ ਜਿਹੜੇ ਨੂਮੈਰੀਕਲਸ ਨੇ ਕੁਛ ਇੱਕ ਵਾਰੀ ਤੁਸੀਂ ਖੁਦ ਸੋਲਵ ਕਰਨੇ ਆ। ਅਗਰ ਕੋਈ ਡਾਊਟ ਹੋਇਆ ਤਾਂ ਵੀਡੀਓ ਨੂੰ ਰਿਪੀਟ ਕਰਕੇ ਦੇਖ ਲਿਓ ਜਾਂ ਮੇਰੇ ਤੋਂ ਜਿਹੜਾ ਬਾਏ ਟੈਕਸਟ ਮੈਸੇਜ ਆ ਜਿਹੜਾ ਤੁਸੀਂ ਉਹ ਪੁੱਛ ਸਕਦੇ ਹੋ। ਥੈਂਕ ਯੂ, ਹੈਵ ਅ ਨਾਈਸ ਡੇ।